वंदन अनिक हार सर्व कला समरथ, सर्व कला समरथ। डोलन तेरा को प्रभु, नानक दे कर हाथ। वाहिगुरु जी का खालसा, वाहिगुरु जी की फतेह। श्री हरि कृष्ण ते आइए, श्री हरि कृष्ण ते आइए। जिस दिन ते सब दुख जाए, जिस दिन ते सब दुख जाए। श्री हरि कृष्ण ते आइए, श्री हरि कृष्ण ते आइए। महाराज कृपा करन, ਅਸੀਂ ਦਰਸ਼ਨ ਕਰ ਰਹੇ ਸੀ ਕਿ ਰਾਜਾ ਜੈ ਸਿੰਘ ਤੇ ਆ ਰਿਹਾ ਮਹਾਰਾਜ ਨੂੰ ਕਿ ਕਿਰਪਾ ਕਰੋ ਦਿੱਲੀ ਆ ਕੇ ਦਰਸ਼ਨ ਦਿਓ। ਉਹਦੀ ਭਾਵਨਾ ਵਿੱਚ ਕੁਝ ਕਮੀ ਵੀ ਹੋਵੇ ਤੇ ਪਰ ਗੁਰੂ ਦੇ ਦੇਣ ਵਿੱਚ ਕਮੀ ਨਹੀਂ। ਮਹਾਰਾਜ ਦੇ ਜਦੋਂ ਉਹਦੇ ਮੰਤਰੀ ਦੇ ਬਹੁਤ ਤਰਲੇ ਪਾਏ ਤੇ ਮਹਾਰਾਜ ਜਾਣ ਨੂੰ ਰਾਜੀ ਹੋ ਗਏ। ਜਦੋਂ ਵੀ ਜਾਣ ਵਾਸਤੇ ਤਿਆਰੀ ਸ਼ੁਰੂ ਹੁੰਦੀ ਹੈ ਤੇ ਸੰਗਤਾਂ ਆ ਜਾਂਦੀਆਂ ਨੇ ਤੇ ਮਹਾਰਾਜ ਨੂੰ ਦੂਤ ਬੇਨਤੀ ਕਰਦੇ ਆ, ਮਹਾਰਾਜ ਐਵੇਂ ਤੇ ਬਹੁਤ ਸਮਾਂ ਨਿਕਲ ਜਾਏਗਾ, ਆਪ ਜੀ ਚੱਲਣ ਦੀ ਤਿਆਰੀ ਪੱਕੀ ਕਰੋ। ਔਰ ਜਿਹੜਾ ਰਾਜਾ ਜੈ ਸਿੰਘ ਹੈ ਉਹ ਵੀ ਬਹੁਤ ਚਿੱਠੀਆਂ ਲਿਖਦਾ ਹੈ। ਫਿਰ ਮਹਾਰਾਜ ਜਦੋਂ ਤਿਆਰੀਆਂ ਪੱਕੀਆਂ ਕੀਤੀਆਂ ਤੇ ਨਿਕਲੇ ਕੀਰਤਪੁਰ ਸਾਹਿਬ ਤੋਂ ਤੇ ਕਹਿੰਦੇ ਸਾਰਾ ਸਾਜੋ ਸਮਾਨ, ਤੰਬੂ, ਲੰਗਰ ਦਾ ਸਮਾਨ ਊਠਾਂ ਤੇ ਲੱਦਿਆ ਤੇ ਮਹਾਰਾਜ ਪਾਲਕੀ ਦੇ ਵਿਰਾਜਮਾਨ ਹੋਣ ਲੱਗਦਿਆਂ ਪਹਿਲੇ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰਦੇ ਨੇ, ਧਿਆਨ ਧਰ ਕੇ ਅਰਦਾਸ ਕਰਦੇ ਨੇ, ਫਿਰ ਪਾਲਕੀ ਦੇ ਵਿਰਾਜਮਾਨ ਹੁੰਦੇ ਨੇ। इतो सेध लो कि जदों भी घरों बाहर निकलीए जे धन गुरु हरकृष्ण साहब महाराज, होर भी असीं इतिहास के दर्शन किए कि जदों गुरु अर्जन देव महाराज जी जाते सी दरबार साहब बेनतियां करके जाते सी। असीं भी जदों घर तो बाहर निकलीए ते महाराज को याद करके घर बाहर तेरा प्रवासा, तू जनते है संग, ते महाराज सहेले करते सारे पिंड। महाराज ने कृपा करके जदों निकलते ने ਕੀਰਤਪੁਰ ਸਾਹਿਬ ਤੋਂ ਤੇ ਐਵੇਂ ਲੱਗਦਾ ਹੈ, ਕਵੀਰਾਜ ਕਹਿੰਦੇ ਜਿਵੇਂ ਕੀਰਤਪੁਰ ਸਾਹਿਬ ਵਿੱਚ ਕੁਝ ਬਚਿਆ ਹੀ ਨਹੀਂ, ਕੀਰਤਪੁਰ ਸਾਹਿਬ ਖਾਲੀ ਹੋ ਗਿਆ। ਕੀਰਤਪੁਰ ਸਾਹਿਬ ਦੀ ਰੂਹ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੇ ਹੁਣ ਸੰਗਤਾਂ ਵੀ ਨਾਲ ਜਾ ਰਹੀਆਂ ਨੇ। ਸਿੱਖ ਵੀ ਜਿਹੜੇ ਨੇ ਪ੍ਰਮੁੱਖ ਸਿੱਖ ਮਹਾਰਾਜ ਦੇ ਨਾਲ ਰਹਿੰਦੇ ਨੇ ਉਹ ਵੀ ਨਾਲ ਜਾ ਰਹੇ ਨੇ। ਮਹਾਰਾਜ ਕੋਲ ਫੌਜਾਂ ਵੀ ਸੀ ਤੇ ਮਹਾਰਾਜ ਨੇ ਕੁਝ ਆਪਣੀਆਂ ਫੌਜਾਂ ਵੀ ਨਾਲ ਲਈਆਂ ਨੇ। ਮਹਾਰਾਜ ਬੜੇ ਸੋਹਣੇ ਤਿਆਰ ਬਰ ਤਿਆਰ ਨੇ, ਸਿਰ ਤੇ ਕਿ ਕਲਗੀ ਸੱਜੀ ਹੈ, ਮਹਾਰਾਜ ਦੇ ਹੱਥ ਵਿੱਚ ਇੱਕ ਛੋਟੀ ਛੜੀ ਹੈ। ਤੇ ਜਦੋਂ ਮਹਾਰਾਜ ਵਿਰਾਜਮਾਨ ਹੁੰਦੇ ਨੇ ਪਾਲਕੀਆਂ ਵਿੱਚ ਤੇ ਰਾਜਾ ਜੈ ਸਿੰਘ ਨੇ ਵੀ ਆਪਣੇ ਵੱਲੋਂ ਇੰਤਜ਼ਾਮ ਕੀਤੇ ਹੋਏ ਸੀ ਰਾਤ ਪਿੰਡੇ ਦੇ, ਪਰ ਗੁਰੂ ਘਰ ਵੱਲੋਂ ਆਪਣੀਆਂ ਸੰਗਤਾਂ ਲਈ ਔਰ ਜੋ ਵੀ ਸਮਾਨ ਚਾਹੀਦਾ ਹੈ ਉਹ ਆਪ ਇੰਤਜ਼ਾਮ ਕਰਕੇ ਨਾਲ ਰੱਖਿਆ। ਉਹ ਰਾਜਾ ਜੈ ਸਿੰਘ ਦੇ ਭੇਜੇ ਹੋਏ ਸਮਾਨ ਦੇ ਆਸਰੇ ਨਹੀਂ ਚੱਲਦੇ। ਸਿੱਖ ਜਿਹੜੇ ਸੇਵਕ ਨੇ ਉਹ ਆਪਣਾ ਸਮਾਨ ਨਾਲ ਲੈ ਕੇ ਚੱਲਦੇ ਨੇ ਕਿ ਜਿੱਥੇ ਮਹਾਰਾਜ ਡੇਰੇ ਲਗਵਾਉਣਗੇ ਉੱਥੇ ਸੇਵਾ ਦਾ ਮੋਰਚਾ ਖੋਲ ਦਿਆ ਕਰਾਂਗੇ। ਜਦੋਂ ਮਹਾਰਾਜ ਉੱਥੋਂ ਦੀ ਨਿਕਲਦੇ ਨੇ, ਮਾਤਾ ਕ੍ਰਿਸ਼ਨ ਕੌਰ ਜੀ ਵੀ ਮਹਾਰਾਜ ਦੇ ਨਾਲ ਨੇ। ਮਹਾਰਾਜ ਨਿਕਲ ਕੇ ਜਦੋਂ ਪਹਿਲਾ ਜਿਹੜਾ ਕਹਿੰਦੇ ਨੇ ਪੜਾਅ ਕਰਦੇ ਨੇ, ਉਹ ਰੋਪੜ ਦੇ ਰੇਲਵੇ ਸਟੇਸ਼ਨ ਦੇ ਕੋਲ ਗੁਰਦੁਆਰਾ ਸਦਾ ਵਰਤ ਹੈ, ਉੱਥੇ ਮਹਾਰਾਜ ਜਿਹੜਾ ਨੇ ਉਹ ਵਿਸ਼ਰਾਮ ਕਰਦੇ ਨੇ, ਰਾਤ ਦੇ ਦੀਵਾਨ ਉੱਤੇ ਸਜਦੇ ਨੇ। ਉੱਥੇ ਹੀ 6ਵੇਂ ਪਾਤਸ਼ਾਹ ਵੀ 7ਵੇਂ ਪਾਤਸ਼ਾਹ ਵੀ ਰੁਕਿਆ ਕਰਦੇ ਸੀ। ਜਦੋਂ ਮਹਾਰਾਜ ਉੱਤੇ ਠਹਿਰਦੇ ਨੇ ਉੱਥੇ ਵੀ ਇਹੀਓ ਵਰਤਾਰਾ ਵਰਤਦਾ ਹੈ ਕਿ ਕੁਝ ਸਿੱਖ ਆ ਕੇ ਅੱਗੋਂ ਬੇਨਤੀ ਕਰਦੇ ਨੇ, ਮਹਾਰਾਜ ਸਾਡਾ ਜੱਥਾ ਪਿੱਛੋਂ ਆ ਰਿਹਾ ਹੈ। ਉਹਨਾਂ ਨੇ ਸੁਣਿਆ ਆਪ ਤੇ ਚਾਲੇ ਪਾਤੇ ਨੇ, ਉਹਨਾਂ ਨੇ ਕੀਰਤਪੁਰ ਸਾਹਿਬ ਤੋਂ ਇੱਧਰ ਦੇ ਲਈ ਚਾਲੇ ਪਾਏ ਨੇ। ਮਹਾਰਾਜ ਉਹ ਥੱਕੇ ਹੋਏ ਨੇ, ਆਪ ਜੇ ਅੱਗੇ ਨਿਕਲ ਗਏ ਤੇ ਦਰਸ਼ਨ ਬੜੇ ਔਖੇ ਹੋਣਗੇ। ਕਿਰਪਾ ਕਰੋ ਇੱਕ ਦਿਨ ਇੱਥੇ ਹੀ ਰੁਕੋ ਕਿ ਸੰਗਤਾਂ ਆਪ ਨੂੰ ਆ ਕੇ ਮਿਲ ਪੈਣ। ਜੱਥੇ ਵਿੱਚ ਬਜ਼ੁਰਗ ਵੀ ਨੇ, ਮਾਤਾਵਾਂ ਵੀ ਨੇ, ਭੈਣਾਂ ਵੀ ਨੇ, ਬੱਚੇ ਵੀ ਨੇ। ਤੇ ਇਹ ਜੱਥਾ ਕਿੱਥੋਂ ਆਇਆ? ਕਹਿੰਦੇ ਮਾਲਵੇ ਤੋਂ, ਲੰਮੇ ਦੇਸ਼ ਤੋਂ ਕਹਿੰਦੇ ਸੀ, ਉੱਥੋਂ ਦੀ ਆਇਆ ਮਹਾਰਾਜ। ਮਹਾਰਾਜ ਜਿਹੜੇ ਕਿਰਪਾ ਕਰਕੇ ਰੁਕ ਜਾਂਦੇ ਨੇ ਉੱਥੇ ਤੇ ਉੱਥੇ ਫਿਰ ਦਰਸ਼ਨ ਮੇਲੇ ਹੁੰਦੇ ਨੇ ਸੰਗਤਾਂ ਦੇ, ਜੋ ਭੇਟਾਵਾਂ, ਅਰਦਾਸਾਂ, ਬੇਨਤੀਆਂ ਸਭ ਹੁੰਦੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ 2 ਸਾਲ 8 ਮਹੀਨੇ 19 ਦਿਨ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ, ਪਰ ਮਹਾਰਾਜ ਨੇ ਹਜ਼ਾਰਾਂ ਹੀ ਬੇਅੰਤ ਸੰਗਤਾਂ ਨੂੰ ਜਿਹੜਾ ਹੈ ਉਹ ਦਰਸ਼ਨ ਦੇ ਦੇ ਕੇ ਤਾਰਦਾ। ਦਰਸ਼ਨਾਂ ਵਿੱਚ ਹੀ ਇੰਨਾ ਸੁੱਖ ਸੀ ਕਿ ਉਹ ਜਿਹੜਾ ਵੀ ਦਰਸ਼ਨ ਕਰਕੇ ਜਾਂਦਾ ਹੈ ਜੱਥਾ, ਉਹ ਘਰ ਜਾ ਕੇ ਫਿਰ ਕੀ ਸਾਰੇ ਪਾਸੇ ਕੀ ਗੱਲਾਂ ਹੁੰਦੀਆਂ ਨੇ, ਦਰਸ਼ਨ ਮਾਤਰ ਵਿੱਚ ਹੀ ਇੰਨਾ ਸੁੱਖ ਹੈ ਕਿ ਮਹਾਰਾਜ ਨੂੰ ਬਿਨਾਂ ਤਪ ਕੀਤੇ ਹੀ ਇੰਨੇ ਸੁੱਖ ਦੇ ਦਿੰਦੇ ਨੇ, ਨਿਰੋਗ ਕਰ ਦਿੰਦੇ ਨੇ। ਮਹਾਰਾਜ ਬੜੇ ਹੀ ਦਿਆਲੂ ਨੇ, ਮਹਾਰਾਜ ਦਾ ਹਿਰਦਾ ਬੜਾ ਹੀ ਨਰਮ ਹੈ।
महाराज बड़ी कृपा करते ने। महाराज की जिहड़ी सोहनी मोहनी मूरत है वो बड़ी प्यारी है, बच्चे तो वैसे ही प्यारे लगते हैं। कहते महाराज बड़े मिठे लगते ने, इस रूप के दर्शन करने ते बन आते हैं। भी दूरों दूरों संगतां बहुत वीरा कट कट के दर्शन करन आंदियां। इतों भी फिर जिहड़े प्रधानमंत्री राजा जय सिंह के बंदे भी नाल ने, कितना लाओ लश्कर महाराज के नाल। वो मिन्नतां करले कहते महाराज अगे चाले पाओ, महाराज अगे चाले पाओ। महाराज अगे फिर जाते, फिर संगतां पिछों आ जांदियां। महाराज ने जिहड़े इत्थों दी लैके पंजोखड़ा साहब तक भी विच रुकड़ा कीता है, पर वो स्थान प्रगट नहीं है। गुरमुख प्यारे कहते हैं कि जदों महाराज की मोच होगी ते किसी गुरसिख ते कृपा होगी ते उस स्थान भी प्रगट होगी जिथे महाराज विचकार भी रुकते हैं। ते महाराज इत्थों दी फिर चलते ने, विचकार भी रुकते ने। उत्थे भी कहते हैं कश्मीर ते पिशोर दी जिहड़े संगतां ने वो दर्शन करन आंदियां ने। ते जदों दर्शन करन आंदियां ने ते राजा जय सिंह के कहण ते महाराज इस तरह नहीं करते कि उत्थों भी दर्शन दिते, चलो जी संगत को कहता हूँ तुसीं अपने घर चले जाना, असीं अपना अगे चलीए। महाराज संगत के बिरध की ऐसी पालना करते हैं कि महाराज उत्थे दर्शन दिदारे दे के 2 दिन संगतां नूं पूरे ठंड सुख दे के फिर संगतां नूं तोड़ के विद्या करके उत्थों दी फिर आप अगे चलते हैं। संगतां नूं पहले अपने घर वाल तोड़ते हैं, फिर आप अगे अपने राह पेंडे विच पूरब वाल दूंगी दिल्ली वाल फिर महाराज चलना करते हैं। महाराज इस तरह चलते हुए उत्थे स्थान ते पहुंच जाते हैं जिहड़ा महाराज की यादगिरी स्थान पंजोखड़ा साहब जिहड़ा गांव है। कहते नगर जिहड़ा छोटा जिहा बसिया उत्थे पंजोखड़ा पहुंच जाते हैं। महाराज कहते ने डेरे इत्थे लगा दो, तंबू कनातां लग जांदियां ने, लंगर पक्कण लग जाते ने, दीवान सज जाते ने। ਜਿਹੜੇ ਜਿਹੜੇ सिख को ਜਿਹੜੀ सेवा है वो अपनी सेवा बड़े तन नाल बड़े मन नाल खुशी नाल करन लग पैंदे ने चढ़दी कला विच। उत्थे भी संगतां बहुत दर्शन करन आंदियां ने। जदों दर्शन करन भारी गिनती भी संगतां आ रहीआं हुंदियां ने ते राजा जय सिंह दा मंत्री सोचण लग जांदा है एवें ते सानूं राह विच ही बहुत समा लग जाएगा। जे संगतां एवें आंदियां रहीआं हर जगह ते असीं इंनी देर रुकदे रहे संगतां दे लई, असीं बहुत समा बाद पहुंचांगे दिल्ली। ते इधर महाराज सोचते हैं कि संगत को खेचल बड़ी होती है। संगत घरों की सोच के चलती है कि गुरु हरकृष्ण साहब जी के दर्शन कीरतपुर साहब करने ने। फिर जो संगत को पता चलता है महाराज दिल्ली वाल जा रहे हैं तो अपना रस्ता बदलती है, इस साइड आना शुरू करती है। संगत को बथेरी खेचल होती है तो हुण किवें दा रस्ता कढ़ीए कि संगत को खेचल भी ना होवे, संगत जिहड़े दर्शनां दा महत्म है जिहड़ा सुख है वो भी मिले ते असी भी दिल्ली पहुंच जाइए। महाराज भी यही विचार कर रहे हैं। इधरों राजा जय सिंह का दूत है वो भी यही कहना करता है कि महाराज बेनती है कोई रस्ता कढो। महाराज कहते चिंता ना करो, गुरु नानक देव जी सब भली करनगे। गुरु नानक का वड्डा घर है, वड्डा दरबार है, इत्थे सब दा भला ही होंदा है। महाराज के संगतां दी खेचल बारे सोच रहे हैं ना। इत्थे एक गल ध्यान करो कि महाराज बार बार पहले की कहंदे सी कि हुण भी की कहते हैं कि नह मलेच को दर्शन दे, कि औरंगजेब को दर्शन नहीं दे रहे, उन्होंने मत्थे नहीं लाना, ना वो साडे दर्शन करे ना मैं उन्होंने वेखना है। तो महाराज और दूसरी गल की सोच रहे हैं जिहड़ियां संगतां आ रही ने उन्होंने ज़्यादा खेचल ना होवे ते उन्होंने दर्शनां दा सुख भी मिले ते महत्व भी मिले। ਜਿਹੜੇ ਅਸੀਂ कई बार ज़्यादातर बुद्धि नाल सोच लैंदे ना कि मात्र दर्शन करन दा कोई फल नहीं है। इस इतिहास को तुसीं जानो कि दर्शन करन दे भी उन्ने ही फल ने। महाराज कृपा करके जदों कहंदे ने कि जदों असीं महाराज की वंदना करते हैं, असीं कहंदे जिस पास बैठे सोही है सबना दा वेसा हो ते दर्शन परसीए गुरु कै जन्म मरण दुख जाए। वड भागी गुरु दर्शन पाया, वड भागियां नूं भी जिहड़े ने गुरु दे दर्शन मिलते हैं। महाराज उन्होंने दर्शन नहीं देना चाहते क्योंकि दर्शनां दा जे उहदी भावना नहीं भी होएगी औरंगजेब की भी तां भी उन्होंने कोई ना कोई पुण्य फल मिल जाएगा। इंज जानो कि इस गुरु दरबार बारे किसी की कोई भावना ना होए, वो सिर्फ सामने तो निकल रहा दरवाजे तो निकलते हुए उन्हें सिर्फ अंदर वेख्या है कि की होए, सिर्फ वेख्या है। गुरु महाराज के दर्शन तो हो गएगा, वेख्या है ਉਹਦੇ भी पुण्य फल बढ़नगे, ये मन के चलो। जब महाराज के दर्शनों का इन्ना महत्व है, जिन्हें नहीं जानिया सिर्फ देख के लंघिया है ਉਹਦੇ भी पुण्य फल बढ़ते ने।
ਤੇ ਜਿਹੜੇ ਆ ਕੇ ਭਾਵਨਾ ਨਾਲ ਦਰਸ਼ਨ ਕਰਦੇ ਨੇ, ਚਰਨ ਪਰਸਦੇ ਨੇ, ਨਤਮਸਤਕ ਹੁੰਦੇ ਨੇ, ਭੇਟਾਵਾਂ ਅਰਪਣ ਕਰਦੇ ਨੇ, ਫਿਰ ਸ਼ਰਨ ਵਿੱਚ ਰਹਿਣ ਦੇ ਯਤਨ ਕਰਦੇ ਨੇ, ਫਿਰ ਸੰਗਤ ਕਰਦੇ ਨੇ। ਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਕੱਲ ਸੁਣਿਆ ਸੀ ਕੋਟ ਬਿਗਨਾਂ ਦਾ ਨਾਸ ਹੋ ਜਾਂਦਾ ਹੈ। ਕੋਟ ਬਿਗਨ ਹਿਰੇ ਤੇ ਨਮਾਏ, ਜਿਹਨੂੰ ਸੰਗਤ ਮਿਲਦੀ ਉਹਦੇ ਕਰੋੜਾਂ ਬਿਗਨਾਂ ਦਾ ਨਾਸ ਹੋ ਜਾਂਦੇ ਨੇ। ਤੇ ਜਦੋਂ ਮਹਾਰਾਜ ਦੀ ਸੰਗਤ ਵਿੱਚ ਆ ਕੇ ਦਰਸ਼ਨ ਦਿਦਾਰੇ ਕਰਦੇ ਹਾਂ, ਹਜ਼ੂਰੀ ਵਿੱਚ ਬੈਠਦੇ ਹਾਂ, ਫਿਰ ਕਿੰਨੇ ਹੀ ਪੁੰਨ ਫਲ ਬਣਦੇ ਹੋਣਗੇ, ਫਿਰ ਕਿੰਨਾ ਹੀ ਲਾਭ ਹੁੰਦਾ ਹੋਏਗਾ। ਮਹਾਰਾਜ ਸੋਚ ਰਹੇ ਨੇ ਕਿ ਸੰਗਤਾਂ ਨੂੰ ਦਰਸ਼ਨ ਦੇ ਫਲ ਵੀ ਮਿਲਣ। ਫਿਰ ਮਹਾਰਾਜ ਕੀ ਕਰਦੇ ਨੇ? ਮਹਾਰਾਜ ਬੜੇ ਪਿਆਰੇ ਚੋਜ ਕਰਦੇ ਨੇ। ਮਹਾਰਾਜ ਜਿਹੜਾ ਪੰਜੋਪੜਾ ਦਾ ਸਥਾਨ ਹੈ ਨਾ, ਉੱਥੇ ਪਹਿਲੇ ਨਦੀ ਵਹਿੰਦੀ ਸੀ। ਵੇਖੋ ਸਮੇਂ ਦੇ ਅਨੁਸਾਰ ਨਾਲ ਜਿਹੜੇ ਜ਼ਮੀਨ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ, ਨਦੀਆਂ ਦੇ ਮੂੰਹ ਮੁੜ ਜਾਂਦੇ ਨੇ। ਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਵਾਲਾ ਸਥਾਨ ਹੈ, ਉਹ ਥੋੜਾ ਰਤੀਲਾ ਸਥਾਨ ਹੁੰਦਾ ਸੀ, ਉੱਥੇ ਰੇਤ ਸੀ। ਮਹਾਰਾਜ ਨੇ ਕੀ ਕੀਤਾ? ਉਹ 7 ਵਰਿਆਂ ਦੀ ਮਹਾਰਾਜ ਦੀ ਆਯੂ ਹੈ, ਛੋਟੀ ਮਹਾਰਾਜ ਦੀ ਮੂਰਤ ਹੈ। ਜਾਣੋ ਕਿ ਤੁਹਾਡੇ ਬੱਚੇ ਕੋਲ ਜਦੋਂ 7 ਸਾਲ ਦੇ ਸੀ, 6 ਸਾਲ ਦੇ ਸੀ, ਕਿੰਨੇ ਛੋਟੇ ਲੱਗਦੇ ਸੀ। ਉਹ ਆਪਣੇ ਛੋਟੇ ਛੋਟੇ ਮਹਾਰਾਜ ਨੇ ਹਸਤ ਕਮਲਾਂ ਨਾਲ ਜਿਹੜਾ ਰੇਤ ਦਾ ਇੱਕ ਟੀਲਾ ਜਿਹਾ ਪਹਾੜ ਜਿਹਾ ਬਣਾਉਣਾ ਸ਼ੁਰੂ ਕਰ ਦਿੱਤਾ। ਸੰਗਤਾਂ ਨੇ ਸੋਚਿਆ ਮਹਾਰਾਜ ਬਾਲ ਲੀਲਾ ਕਰਦੇ ਨੇ। ਕੁਝ ਸਿੱਖਾਂ ਨੇ ਕੁਝ ਜਾਣਿਆ, ਕੁਝ ਸਿੱਖਾਂ ਨੇ ਕੁਝ ਜਾਣਿਆ, ਪਰ ਦੇਖ ਕੇ ਆਨੰਦ ਬੜਾ ਆ ਰਿਹਾ ਹੈ ਕਿ ਆਪਣੇ ਗੁਰੂ ਜਿਵੇਂ ਰੇਤ ਨਾਲ ਖੇਲ ਰਹੇ ਹੋਣ, ਤੇ ਉਹ ਰੇਤ ਦਾ ਮਹਾਰਾਜ ਪਹਾੜ ਜਿਹਾ ਬਣਾ ਰਹੇ ਨੇ। ਸੰਗਤਾਂ ਮਹਾਰਾਜ ਦੇ ਆਸ-ਪਾਸ ਚਾਰੋਂ ਤਰਫ ਬੈਠ ਕੇ ਵੇਖਣ ਹੀ ਲੱਗ ਗਈਆਂ ਕਿ ਮਹਾਰਾਜ ਕੀ ਕਰ ਰਹੇ ਨੇ। ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਮਹਿਮਾ ਤੇ ਸਤਿਗੁਰੂ ਆਪ ਹੀ ਜਾਣਦੇ ਨੇ। ਜੋ ਕਿਛ ਕਰੇ ਸੋ ਆਪਣ ਭਾਣੇ, ਆਪਣੇ ਭਾਣੇ ਵਿੱਚ ਜੋ ਕਰਦੇ ਨੇ ਉਹ ਮਹਿਮਾ ਨੂੰ ਆਪ ਹੀ ਜਾਣਦੇ ਨੇ, ਅਸੀਂ ਨਹੀਂ ਜਾਣ ਸਕਦੇ। ਕਹਿੰਦੇ ਜਦੋਂ ਸੰਗਤਾਂ ਆਸ-ਪਾਸ ਬੈਠ ਗਈਆਂ, ਮਹਾਰਾਜ ਦੇ ਸੋਹਣੇ ਦਰਸ਼ਨ ਕਰਦੀਆਂ। ਮਹਾਰਾਜ ਕਿਵੇਂ ਛੋਟੇ ਜਿਹੇ ਸਰੂਪ ਨਾਲ, ਛੋਟੇ ਛੋਟੇ ਹੱਥਾਂ ਨਾਲ ਰੇਤ ਦਾ ਪਹਾੜ ਜਿਹਾ ਬਣਾਉਂਦੇ ਨੇ। ਜਦੋਂ ਮਹਾਰਾਜ ਉਹ ਰੇਤ ਦਾ ਪੂਰਾ ਪਹਾੜ ਬਣਾ ਲੈਂਦੇ ਨਾ, ਤੇ ਮਹਾਰਾਜ ਉਹਦੇ ਵਿੱਚ ਨਿਸ਼ਾਨ ਸਭ ਗੜਦੇ ਨੇ। ਜਦੋਂ ਮਹਾਰਾਜ ਦੇ ਲਾਹੋ ਲਸ਼ਕਰ ਚੱਲੇ ਸੀ ਨਾ, ਉਦੋਂ ਦੀ ਕਿਰਤਪੁਰ ਸਾਹਿਬ ਤੋਂ ਸਭ ਤੋਂ ਅੱਗੇ ਇੱਕ ਨਿਸ਼ਾਨ ਜੀ ਚੱਲਿਆ ਸੀ, ਇੱਕ ਸਿੱਖ ਜਿਹਨੇ ਗੁਰੂ ਘਰ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਉਹ ਹੱਥ ਵਿੱਚ ਲਿਆ ਹੋਇਆ ਸੀ। ਉਹ ਮਹਾਰਾਜ ਨੇ ਇੱਕ ਛੋਟਾ ਨਿਸ਼ਾਨ ਸਾਹਿਬ ਉਸ ਰੇਤ ਦੇ ਉਹਦੇ ਵਿੱਚ ਗੜ ਦਿੱਤਾ ਤੇ ਕਿਹਾ ਕਿ ਸੰਗਤਾਂ ਨੂੰ ਹੁਕਮ ਹੈ ਇਸ ਤੋਂ ਅੱਗੇ ਸੰਗਤਾਂ ਪਿੱਛੇ ਨਾ ਆਉਣ। ਜਿਹੜੀਆਂ ਵੀ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਨੇ, ਉਹ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨ ਤੇ ਦਰਸ਼ਨ ਕਰਕੇ ਖਲੋ ਕੇ ਅਰਦਾਸ ਕਰਨ, ਤੇ ਅਰਦਾਸ ਕਰਕੇ ਇਹ ਜਾਣਨ ਕਿ ਜੋ ਮਹਾਤਮ ਸਾਡੇ ਦਰਸ਼ਨਾਂ ਦਾ ਸੀ, ਉਹ ਇਹ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਅਰਦਾਸ ਬੇਨਤੀਆਂ ਕਰਕੇ ਉਹੀਓ ਮਹਾਤਮ ਮਿਲੇਗਾ। ਤੇ ਜਿਹੜੀਆਂ ਵੀ ਭੇਟਾਵਾਂ ਲਿਆਉਂਦੀਆਂ ਸੰਗਤਾਂ, ਉਹ ਇੱਥੇ ਹੀ ਅਰਪਣ ਕਰ ਦੇਣ। ਤੇ ਆਪ ਜੀ ਨੇ ਜਦੋਂ ਦਰਸ਼ਨ ਕੀਤੇ ਨੇ ਜਦੋਂ ਪੰਜੋਪੜਾ ਸਾਹਿਬ ਗੁਰਦੁਆਰੇ, ਤੇ ਤੁਸੀਂ ਵੇਖਿਆ ਕਿ ਉਹ ਇੱਕੋ ਇੱਕ ਨਿਸ਼ਾਨ ਸਾਹਿਬ ਹੈ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਹੈ। ਬਾਕੀ ਸਾਰੇ ਨਿਸ਼ਾਨ ਸਾਹਿਬ ਗੁਰੂ ਘਰ ਦੇ ਬਾਹਰ ਬਣੇ ਹੁੰਦੇ ਨੇ। ਜਦੋਂ ਤੁਸੀਂ ਪੰਜੋਪੜਾ ਸਾਹਿਬ ਦਰਸ਼ਨ ਕੀਤੇ ਤੇ ਉਹ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਹੈ। ਕਿਉਂ ਬਣੇ ਹੈ? ਉਸ ਨਿਸ਼ਾਨ ਸਾਹਿਬ ਦੀ ਖਾਸ ਵਿਸ਼ੇਸ਼ਤਾ ਹੈ। ਅੱਜ ਲੋਕ ਕਹਿੰਦੇ ਨੇ ਕਿ ਨਿਸ਼ਾਨ ਸਾਹਿਬ ਨੂੰ ਕਿਉਂ ਮੱਥੇ ਟੇਕਦੇ? ਉਹ ਤੇ ਸਾਡੇ ਗੁਰੂਆਂ ਦੀ ਜਿਹੜੀ ਨਿਸ਼ਾਨੀ ਹੈ ਗੁਰੂ ਘਰ ਦੀ। ਤੇ ਮਹਾਰਾਜ ਜਦੋਂ ਚੌਪਈ ਸਾਹਿਬ ਵਿੱਚ ਕੀ ਕਹਿੰਦੇ ਨੇ? ਖੜਗ ਕੇਤ ਮੈਂ ਸਰੜ ਤਿਹਾਰੀ, ਆਪ ਹੱਥ ਦੇ ਲਿਓ ਬਾਰੀ। ਤੇ ਮਹਾਰਾਜ ਕਹਿੰਦੇ ਨੇ ਜਿਹਦੇ ਤਵੱਜਾ ਤੇ ਜਿਹਦੇ ਨਿਸ਼ਾਨ ਤੇ ਖੜਗ ਦਾ ਨਿਸ਼ਾਨ ਹੈ, ਉਹਦੀ ਸ਼ਰਨ ਵਿੱਚ ਹਾਂ ਸੀ। ਤੇ ਸਾਡੇ ਨਿਸ਼ਾਨ ਸਾਹਿਬ ਤੇ ਕਿਹਦਾ ਨਿਸ਼ਾਨ ਹੈ? ਖੜਗ ਦਾ, ਖੰਡੇ ਦਾ, ਕਿਰਪਾਨ ਦਾ। ਮਹਾਰਾਜ ਕਹਿੰਦੇ ਕਿ ਜਦੋਂ ਇੱਥੇ ਵੀ ਮਹਾਰਾਜ ਦਸਮ ਬਾਣੀ ਚ ਕੀ ਕਹਿੰਦੇ ਨੇ? ਸਹਿਬ ਸੋਰੀ ਸਹਿਤੀ ਯਹ ਹਮਾਰੇ ਪੀਰ। ਮਹਾਰਾਜ ਤੈਨੂੰ ਪੀਰ ਕਹਿੰਦੇ ਨੇ। ਜਿੱਥੇ ਵੀ ਜਾਂਦੇ ਅਨੰਦਪੁਰ ਸਾਹਿਬ, ਸਾਰੇ ਕਿਧਰੇ ਸ਼ਸਤਰਾਂ ਦੇ ਜਿਹੜੇ ਅੰਦਰ ਪ੍ਰਕਾਸ਼ ਹੈ ਤੇ ਮਹਾਰਾਜ ਦਾ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਹਰ ਹੈ। ਸ਼ਸਤਰਾਂ ਦੀ ਬੜੀ ਮਹਿਮਾ ਹੈ। ਮਹਾਰਾਜ ਨੇ ਨਿਸ਼ਾਨ ਸਾਹਿਬ ਲਾਤਾ, ਆਪ ਹੁਕਮ ਕੀਤਾ। ਇਹ ਗੁਰੂ ਮਰਿਆਦਾ ਵਿੱਚ ਅਸੀਂ ਜੋ ਨਿਸ਼ਾਨ ਸਾਹਿਬ ਦੇ ਮੱਥਾ ਟੇਕਦੇ ਆ ਤੇ ਕਹਿੰਦੇ ਆ ਝੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ ਕੇ। ਇਹ ਮਹਾਰਾਜ ਨੇ ਆਪ ਹੁਕਮ ਲਾਇਆ ਕਿ ਜਿਹੜਾ ਵੀ ਸ਼ਰਧਾ ਨਾਲ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇਗਾ, ਭੇਟਾਵਾਂ ਅਰਪਣ ਕਰੇਗਾ, ਖਲੋ ਕੇ ਅਰਦਾਸ ਕਰੇਗਾ, ਉਹਨੂੰ ਉਹੀ ਫਲ ਪ੍ਰਾਪਤ ਹੋਣਗੇ ਜਿਹੜੇ ਸਾਖਿਆਤ ਸਾਡੇ ਦਰਸ਼ਨ ਕਰਨ ਦੇ ਨੇ। ਤੇ ਸੰਗਤਾਂ ਖੇਚਲ ਕਰਕੇ ਦਿੱਲੀ ਵੱਲ ਨਾ ਆਣ। ਜਿਹੜੀ ਪਿੱਛੇ ਤੋਂ ਸੰਗਤ ਆ ਰਹੀ ਹੈ ਉਹ ਇੱਥੇ ਹੀ ਦਰਸ਼ਨ ਕਰਕੇ, ਮੇਲੇ ਕਰਕੇ, ਟਿਕ ਕੇ ਇੱਥੋਂ ਹੀ ਆਪਣੇ ਘਰਾਂ ਨੂੰ ਵਾਪਸ ਹੋ ਜਾਏ। ਇਹ ਫਿਰ ਆਪ ਜੀ ਹੁਣ ਦੇਖਣਾ ਕਿ ਜਦੋਂ ਵੀ ਪੰਜੋਕੜਾ ਸਾਹਿਬ ਜਾਓ ਤੇ ਉਸ ਨਿਸ਼ਾਨ ਸਾਹਿਬ ਦੇ ਬੜੇ ਪ੍ਰੇਮ ਤੇ ਸਿੱਧਕ ਨਾਲ, ਹੋਰ ਵੀ ਜਗ੍ਹਾ ਤੇ ਨਿਸ਼ਾਨ ਸਾਹਿਬ ਦੇ ਉਹੀ ਦਰਸ਼ਨ ਕਰਨੇ ਨੇ, ਪਰ ਉਹਦੇ ਵਿੱਚ ਫਿਰ ਵੀ ਕੁਝ ਖਾਸ ਵਿਸ਼ੇਸ਼ ਗੱਲ ਹੈ। ਕਿਉਂਕਿ ਮਹਾਰਾਜ ਨੇ ਕੀ ਕਿਹਾ ਹੈ? ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਨਾ ਹੀ ਫਲ ਪ੍ਰਾਪਤ ਹੈ ਜਿੰਨਾ ਕਿ ਮੇਰੇ ਦਰਸ਼ਨਾਂ ਦਾ। ਮਹਾਰਾਜ ਦੀ ਜਿਹੜੀ ਦਰਸ਼ਨ ਨੇ, ਮਹਾਰਾਜ ਦਾ ਜਿਹੜਾ ਰੂਪ ਹੈ ਉਹ ਕੈਸਾ ਹੈ। ਤੇ ਜਿੱਥੇ ਮਹਾਰਾਜ ਵਿਰਾਜਮਾਨ ਹੋ ਕੇ ਸੰਗਤਾਂ ਨੂੰ
उपदेश देंदे, बाणी का पाठ सुनते, कीर्तन सुनते। वो किहड़ी जगह पंजोखड़ा साहब जिथे नीचे घोड़ा साहब बनिया होया, जिहड़ी कच्चा इट्टां दा बनिया होया, उत्थे महाराज विराजमान होंदे सी ते उपर फिर वो जगह उपर करके सारा गुरुद्वारा साहब बनिया। महाराज उस जगह ते जिहड़े विराजमान होके बाणी का उपदेश देंदे। हुण चिंतन करो, महाराज उत्ते बैठ के बाणी का उपदेश दे रहे ने, कोई संगत सेवा कर रही है, कोई कीर्तनी सिंह रागी सिंह कीर्तन कर रहे ने, कोई लंगरां दी सेवा कर रहे ने, कोई घोड़ियां दी देखभाल कर रहे ने, क्यों महाराज नाल फौजां भी ने, कोई पालकियां दोबारा सजा रहे ने, कोई कुछ कर रहे ने। ते उत्ते महाराज दे दर्शन दीदार करन संगतां जिहड़ियां आईयां ने दूरों दूरों उत्ते दर्शन मेले कर ही रहीआं ने। बहुत ही चंगी जिहड़े ने वो दर्शन मेले हो रहे ने। महाराज ने ये जिहड़ा कोटी निर्णय लिता कि इत्थों ही संगत वापस जाए, वो तां भी लिता कि जदों किरतपुर साहिब या किते भी संगत आती पक्के दरबार बड़े होंदे ने। जदों महाराज रस्ते डेरे करते हैं, तंबूआं कनातां विच संगत नूं पूरा सुख आराम भी नहीं मिलता ना। देखो महाराज कितने दयालु ने कि महाराज एक एक चीज सोच रहे ने कि संगत नूं खेचल ना होवे। महाराज दे दर्शन ने, महाराज दा रूप कैसा है, पला 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 तेरा रूप, पला पला अत सुंदर अपार अनूप, अत सुंदर अपार अनूप का की अर्थ होता है जिहदे वर्गा कोई है ही नहीं। अत का सोहना रूप है, उहदे वर्गा कोई है ही नहीं। पला 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 तेरा रूप, अत सुंदर अपार अनूप। जब महाराज मिट्टी बाणी नाल बोलते हैं, महाराज की बाणी कैसी है, निर्मल 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 तेरी बाणी, निर्मल 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 तेरी बाणी, कट कट सुनी श्रवण बखियानी, कट कट सुनी श्रवण बखियानी। बड़ी निर्मल पवित्र कर देने वाली बाणी है। ते फिर महाराज दे दर्शन कैसे ने, पवित्र 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 पुनीत, पवित्र 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 पुनीत। नाम जपै नानक मन प्रीत, नाम जपै नानक मन प्रीत। पवित्र तो भी पुनीत कर देने वाले दर्शन ने महाराज, जिहड़ा नाम हिरदे विच टिका देंदे ने ते वाहिगुरू दे चरणां विच प्रीत पा देंदे ने, अंदर लिव लगा देंदे ने, वो रस पैदा कर देंदे ने। ऐसे ने धन गुरु श्री हरकृष्ण साहब जी महाराज। जदों हुण एवें बड़े ही सोहणे मेले लगे ने ना, जिवें वो जोड़ मेले लगदे ने, ते उत्थे एक पंडित रहिंदा है, पंडित लाल चंद। ਉਹ ਆਪਣੇ ਬ੍ਰਾਹਮਣ ਹੋਣ ਦਾ ਵੀ ਮਾਣ ਰੱਖਦਾ ਹੈ ਤੇ ਆਪਣੀ ਵਿਦਤਾ ਦਾ ਵੀ ਮਾਣ ਰੱਖਦਾ ਹੈ ਕਿ ਮੈਂ ਬੜੀ ਵਿਦਿਆ ਗ੍ਰਹਿਣ ਕੀਤੀ ਹੈ। ਜਿਹਨੂੰ ਆਪਣੀ ਵਿਦਤਾ ਦਾ ਮਾਣ ਹੁੰਦਾ ਹੈ ਨਾ, ਉਹ ਜਦੋਂ ਵੀ ਚਾਰ ਬੰਦਿਆਂ 'ਚ ਬਹਿੰਦਾ ਹੈ ਤੇ ਆਪਣੀ ਵਿਦਿਆ ਨੂੰ ਜ਼ਰੂਰ ਉਜਾਗਰ ਕਰਦਾ ਹੈ ਕਿ ਮੈਂ ਇਹ ਚੀਜ਼ ਜਾਣਦਾ। ਤੇ ਕੋਈ ਦੂਜਾ ਅਗਰ ਉਹਦਾ ਬਰਾਬਰ ਕੋਈ ਕੁਛ ਬੋਲੇ ਤੇ ਉਹਨੂੰ ਫਿਰ ਤਰਕ ਵਿਤਰਕ ਨਾਲ ਹਰਾ ਕੇ ਆਪਣੀ ਵਿਦਤਾ ਸਾਬਿਤ ਕਰਨ ਦਾ ਅੰਦਰ ਬੜਾ ਰਸ ਹੁੰਦਾ ਹੈ। ਜਿਹੜਾ ਬੰਦਾ ਆਪਣੀ ਵਿਦਤਾ ਦਾ ਮਾਣ ਕਰਦਾ ਹੈ, ਉਹਦਾ ਐਵੇਂ ਦੇ ਲੱਛਣ ਹੁੰਦੇ ਨੇ। ਤੇ ਜਦੋਂ ਉਹਨੇ ਵੇਖਿਆ ਕਿ ਬੜੇ ਮੇਲੇ ਲੱਗੇ ਨੇ, ਬੜੇ ਹਾਥੀ ਘੋੜੇ ਪਾਲਕੀਆਂ ਮਹਾਰਾਜ ਨਾਲ ਵੀ ਸੀ ਤੇ ਰਾਜਾ ਜੈ ਸਿੰਘ ਦੇ ਕੋਲ ਕਰਵਾਈਆਂ, ਜਦੋਂ ਐਵੇਂ ਵੇਖਿਆ ਨਾ ਤੇ ਸੋਚਿਆ ਕਿ ਕੋਈ ਰਾਜਾ ਆਇਆ ਹੋਏਗਾ, ਕੋਈ ਮਹਾਨ ਰਾਜਾ ਹੈ, ਕੋਈ ਸੋਹਣਾ ਰਾਜਾ ਹੈ, ਉਹਦਾ ਕੀ ਨਾਮ ਹੈ, ਵੀ ਕੌਣ ਇੱਥੇ ਕਿਹਨੇ ਉਤਾਰਾ ਕੀਤਾ ਹੈ। ਸਿੱਖ ਕੋਲੋਂ ਇੱਕ ਪੁੱਛਿਆ ਜਿਹੜਾ ਉੱਤੇ ਸੇਵਾ ਕਰ ਰਹੇ ਸੀ, ਭਾਈ ਇੱਥੇ ਕੌਣ, ਕਿਹੜੇ ਰਾਜਾ ਆਏ ਨੇ। तो सिख ने कहा भी इतने राजा नहीं, इतने ते राजियां दे भी राजा, राजान राज पानन पान देवान देव हुक्मा मान। इतने ते राजियां दे भी राजा आए ने, कहते राजियां दे भी राजा कौन आ गया है, देश का हिंदुस्तान का राजा आ गया है। कहंदे इत्थे साडे सतगुरु देव आप अकाल पुरख दा रूप, आप निरंजनी जोत, गुरु नानक दी गद्दी दे मालक 8वें पातशाह धन धन श्री गुरु हरकृष्ण साहब जी आए ने। सिख ने बड़े प्रेम नाल किया, आप जी भी बोलो, धन धन श्री गुरु हरकृष्ण साहब जी आए ने। उन्हां दी जोत टिकी है श्री गुरु हरकृष्ण साहब जी दी गुरु ग्रंथ साहब महाराज विच, उहियो जोत टिकी है। कहंदे धन धन श्री गुरु हरकृष्ण साहब जी महाराज आए ने। जदों एवें पंडित ने नाम सुनिया ना, पंडित कहंदा है कि हरकृष्ण साहब जी, भी मैं ते उन्हां दा उपासक हाँ, कृष्ण जी दा जिहड़े द्वापर युग विच होए ते मैं उन्हां दे ग्रंथां दा पूरा अभ्यास कीता है। उन्हां दे अंदर आत्मक सुख होया ते उन्हां ने गीता जी दा उपदेश दिता ते उस उपदेश नूं धारण करना समझना इन्ना औखा है ते इन्हां ने कृष्ण तो भी उपर नाम हर कृष्ण रखवा लिता है।
कहते बड़ा वड्डा नाम रखवाया तुहाडे गुरु ने। फिर उस तो बाद गुरु नानक की गद्दी दे मालक ने नाल फिर गुरु भी लग्या है, गुरु हरकृष्ण। फिर कहते तुसी सिखा ने होर अगे धन धन श्री गुरु हरकृष्ण साहब। कहते नाम बड़ा वड्डा है भाई, नाम सफल भी है कि नहीं, टीचर करता है। कहता नाम सफल भी है कि नहीं जो नाम रखे है। भी नाम किसी का कोई होए कि भाई ये बड़ा संतोख सिंह है, नाम अंदर संतोख होए कोई ना, कहते कि नाम सफल भी है कि नहीं। जो एवें की भावना बनाई ना ते कहते एक सिख नूं ते बड़ा होया। सिख कहता साडे गुरु समर्थ गुरुदेव ने सर्व कला भरपूर ने, कहता कि नाम जे गीता दे अर्थ ही करके मैनूं सुना देण ना तां भी जान लवांगा भी कुछ है। जे अर्थ ही करके सुना देण, जे मेरे प्रश्नां दे उत्तर दे देण तां भी जान लवांगा कुछ है। ते सिख ने कहा गुरु नानक दे करते सब कुछ है, तू इत्थे रुक, मैं हुणे अपने गुरु कोल जाके पुछ के तैनूं दसदा वां कि तेरा की इलाज है। वो सिख जांदा है महाराज पास। महाराज कितने विराजमान है, जिथे भोरा साहब तुसीं दर्शन करो, महाराज उत्ते विराजमान ने। ते महाराज नूं जाके सिख महाराज दे चरणां 'च बेनती करदा है, महाराज एक पंडित है लाल चंद, वो बाहर आया, उन्हें आप जी बारे पूछया कौन ने इत्थे, मैं आप जी दे बारे दस्या। वो कहता है जे गीता जी दे अर्थ ही करके दस देण, मेरे प्रश्नां दे उत्तर दस देण तां जाना भी नाम सफल है, इन्ना वड्डा नाम रखिया है। महाराज बड़े मुस्कुराए, उन्हां दी मुस्कुराहट कैसी सी, कविराज कहते जिवें कोई नियाणा नियाणियां वालियां गल्लां करे ना, उहदी गल्लां ते माता पिता मुस्कुरा दिया करते ने भी हले ते नियाणा है ते नियाणियां वाली गल्लां करदा है। कहते एवें उहदी गल्लां सुन के ना महाराज मुस्कुराए। महाराज कहते भाई सिखा जिहड़ा पंडित लाल चंद है ना, ओहदी अकल नूं ना होमे दा मोतिया हो गया। अखां विच हुंदा ना मोतिया बिंद, ते चीज़ां जिहड़ियां ने जरूरत तो ज्यादा वड्डियां दिखण लग पैंदियां ने, परछावें पैंदे। कहते महाराज कहते ओदी अकल नूं ना होमे दा मोतिया होया पिया। कहते महाराज की मतलब होया? कहते एक ते ओनूं अपने ब्राह्मण होण दा जात उत्तम है, ब्राह्मण जात उत्तम है, ओदा मान है। फिर वेदा शास्त्रज्ञ है, शास्त्रां दा ज्ञाता है, ओदा मान है। फिर कईयां नूं हरा बैठा है तर्क वितर्क विच, ओह बड़ी विद्या दा मान है। हुण ओह चाहता है कि हुण ओह ते जिहड़ा है विद्या दा मान इत्थे भी सिद्ध हो गए। महाराज फिर की करिए? महाराज कहते ने गुरु नानक का घर वड्डा है, सब दा भला मंगदा है। ते फिर महाराज कहते सिख सिखा सिख ते हुंदे ही परोपकारी ने, जां ओनूं ले आ ओहदा इलाज करदे, जां सद के ले आ ओनूं ओहदा इलाज करदे आ। जदों फिर महाराज दी गल आग्या लैके सिख बाहर गया, कहंदा पंडित जी तुहाडी सारी गल गुरु साहब नूं दसी। गुरु साहब ने कहा भी बुला के ले आओ, गुरु साहब तुहानूं दसणगे तुहाडे जवाब सारे। ते अगों बड़ा ही चौड़ा होया, मन च बड़ा चा आया, देखो जी हुण मैं हरा दांगा। अंदर जाके महाराज दे दरबार लगे, इन्ने सोहणे महाराज दरबार कनात लगी सी। जाके महाराज नूं मत्था नहीं टेकिया, उस समय अहंकार सी अंदर। जाके लागे जाके बह गया, बैठ के महाराज नूं कहंदा मेरे मन च आया कि द्वापर युग दे श्री कृष्ण तो भी वड्डा नाम रखवा लेता, हरकृष्ण। फिर गुरु पदवी है, गुरु हरकृष्ण। फिर अगों सिख होर उपमा लगाई जाते, कहते बाहर कहते धन धन श्री गुरु हरकृष्ण साहिब जी, ये नाम सफले जे तां मनीए जे आप जी मेरे कुछ प्रश्नों के उत्तर दिओ। जदों एवें करके क्या ना, देख बेटा मैं रोज कहने गल्लां नहीं, जदों एवें करके क्या ना, फिर उस तो बाद महाराज की कहते ने, महाराज कहते तुसी अपने प्रश्नों का उत्तर मेरे को जानना चाहते हो। महाराज कहते कईयां दा रोग वड्डा हुंदा है, ये रोगी नूं नहीं पता हुंदा इलाज किवें होएगा, मेरा इलाज किवें होएगा। जे मैं तुहाडे प्रश्नां दे उत्तर दे भी दिते ना तां भी तुहाडे मन शंका रह जाएगी, कहंदा नहीं मैं तां मैं मन जागा। महाराज इत्थे डॉक्टर नूं पता है ना इत्थे किहड़ा वैद है, मेरा वैद गुरु गोबिंद दा, इत्थे पूरा वैद है। इत्थे भाई गुरदास जी बड़ी सोहणियां पंक्तियां कहंदियां ने, सतगुर पूरा वैद है, सतगुर पूरा वैद है, पंजे रोग असाध निवारे, पंजे रोग असाध निवारे, सतगुर गुणी निधान है, सतगुर गुणी निधान है, गुण कर बख्शे अवगण यारे, गुण कर बख्शे अवगण यारे, गुण कर बख्शे अवगण यारे,
ਇੱਥੇ ਤੇ ਪੂਰਾ ਵੈਦ ਹੈ ਜਿਹੜਾ ਅੰਦਰ ਤੱਕ ਵੇਖ ਲੈਂਦਾ ਰੋਗ ਕਿੰਨਾ ਗਹਿਰਾ ਹੈ, ਇਨਫੈਕਸ਼ਨ ਕਿੰਨਾ ਹੈ, ਬੁਖਾਰ ਕਦੋਂ ਉਤਰੇਗਾ, ਦਵਾਈ ਅਗਰ ਪਹਿਲੇ ਹੀ ਛੋਟੀ ਦਿੱਤੀ ਜਾਂ ਘੱਟ ਦਿੱਤੀ ਫਿਰ ਇਨਫੈਕਸ਼ਨ ਦੇ ਕੀੜੇ ਅੰਦਰ ਜਾ ਪੈਣਗੇ। ਮਹਾਰਾਜ ਨੇ ਕਿਹਾ ਭਾਈ ਜੇ ਮੈਂ ਦੱਸ ਦਿੱਤੇ ਤੁਸੀਂ ਕਹੋਗੇ ਅਮੀਰ ਖਾਨਦਾਨ ਦਾ ਪੁੱਤਰ ਏ, ਅਮੀਰ ਇਹਦਾ ਬਾਪ ਏ, ਕਿਸੇ ਚੰਗੇ ਉਸਤਾਦ ਕੋਲੋਂ ਵਿਦਿਆ ਲਈ ਹੋਏਗੀ ਤੇ ਮੈਨੂੰ ਉੱਤਰ ਦੇ ਦੇ। ਮਹਾਰਾਜ ਕਹਿੰਦੇ ਸ਼ਾਂਤੀ ਨਹੀਂ ਆਏਗੀ, ਪਰ ਕੀ ਕਰੀਏ? ਮਹਾਰਾਜ ਕਹਿੰਦੇ ਆਪਣਾ ਮਨ ਭਾਉਂਦਾ ਕੋਈ ਚੀਜ਼ ਲਿਆਓ ਜਿਹਨੂੰ ਤੁਹਾਨੂੰ ਪਤਾ ਹੋਏ ਅਨਪੜ੍ਹ ਹੈ, ਤੁਹਾਡੇ ਪ੍ਰਸ਼ਨਾਂ ਦਾ ਉੱਤਰ ਤੇ ਉਹੀ ਦੇ ਦੇਗਾ। ਕਹਿੰਦਾ ਮਹਾਰਾਜ ਉਹ ਦੇ ਦੇਗਾ? ਕਹਿੰਦੇ ਜੀ ਉਹੀ ਦੇ ਦੇਗਾ। ਬੜਾ ਖੁਸ਼, ਕਹਿੰਦਾ ਹੁਣ ਤੇ ਮਹਾਰਾਜ ਪੱਕਾ ਹੀ ਹਾਰਨਗੇ। ਜਦੋਂ ਬਾਹਰ ਗਿਆ ਤੇ ਬਾਹਰ ਜਾ ਕੇ ਇਲਾਕੇ ਦਾ ਜਾਣਕਾਰ ਸੀ, ਦੇਖਿਆ ਕਿ ਝੱਜੂ ਚੀਵਰ ਹੈ। ਚੀਵਰ ਜਿਹੜੀ ਜਾਤ ਹੁੰਦੀ ਹੈ ਉਹ ਪਾਣੀ ਢੋਣ ਦਾ ਕੰਮ ਕਰਦੀ ਹੈ। ਪੁਰਾਣੇ ਸਮਿਆਂ ਜਦੋਂ ਖੂਹ ਤੋਂ ਪਾਣੀ ਲਿਆਉਣਾ ਹੁੰਦਾ ਸੀ, ਜਿਹੜੇ ਅਮੀਰ ਘਰਾਂ ਦੇ ਹੁੰਦੇ ਸੀ ਉਹਨਾਂ ਦੀ ਇਸਤਰੀਆਂ ਜਿਹੜੀਆਂ ਨੇ ਉਹ ਭੈਣਾਂ ਬਾਹਰ ਪਾਣੀ ਭਰਨ ਨਹੀਂ ਜਾਂਦੀਆਂ ਸੀ। ਇਹ ਜਿਹੜੇ ਚੀਵਰ ਹੁੰਦੇ ਸੀ ਨਾ ਉਹ ਖੂਹ ਤੋਂ ਪਾਣੀ ਭਰ ਕੇ ਜਿਹੜੇ ਘਰਾਂ ਤੱਕ ਪਾਣੀ ਢੋ ਕੇ ਰੱਖਦੇ ਸੀ। ਤੇ ਝੱਜੂ ਚੀਵਰ ਜਿਹੜਾ ਹੈ, ਜਿਹੜਾ ਭਾਈ ਝੱਜੂ ਹੈ, ਕਹਿੰਦੇ ਇਹ ਗੂੰਗਾ ਹੈ, ਇਹ ਬੋਲ ਨਹੀਂ ਸਕਦਾ। ਜਿਹੜਾ ਬੋਲ ਨਹੀਂ ਸਕਦਾ ਉਹਦੇ ਸੁਣਨ ਦਾ ਵੀ ਮਹੱਤਵ ਘਟ ਜਾਂਦਾ ਹੈ। ਜਦੋਂ ਸੁਣਿਆ ਅੰਦਰ ਹੀ ਰਹਿ ਗਿਆ, ਬੋਲ ਕੁਝ ਨਹੀਂ ਸਕਦਾ। ਕਹਿੰਦੇ ਬੋਲ ਨਹੀਂ ਸਕਦਾ ਸੀ ਤੇ ਇਹ ਜਾਣਦਾ ਸੀ ਪੰਡਤ ਕੀ ਮੂਰਖ ਵੀ ਪਹਿਲੀ ਉਹਦਾ ਹੈਗਾ, ਮਹਾ ਮੂਰਖ ਹੈ, ਇਹਨੂੰ ਕੁਝ ਸਮਝ ਨਹੀਂ ਆਉਂਦਾ। ਤੇ ਕਹਿੰਦੇ ਉਹਨੂੰ ਕਹਿੰਦਾ ਬਾਹ ਪਕੜ ਕੇ ਉਹਨੂੰ ਤੇ ਕੋਈ ਵੀ ਨਾਲ ਲੈ ਜਾਏ। ਕਹਿੰਦਾ 4 ਘੜੀਆਂ ਮੇਰੇ ਨਾਲ ਚੱਲ, ਉਸ ਤੋਂ ਬਾਅਦ ਫਿਰ ਲਾ ਕੇ ਆਪਣਾ ਕੰਮ ਕਰ ਲੂ। ਉਹਦੀ ਬਾਹ ਫੜੀ। ਕਵੀਰਾ ਸੰਤੋਖ ਸਿੰਘ ਜੀ ਕਹਿੰਦੇ ਉਹ ਕਾਲਾ ਉਹਦਾ ਰੰਗ ਸੀ ਬੜਾ, ਕੱਪੜੇ ਉਹਦੇ ਪਾਟੇ ਹੋਏ ਸੀ। ਉਹਨੂੰ ਗੁਰੂ ਦਰਬਾਰ ਲੈ ਗਿਆ, ਜਾ ਕੇ ਬਿਠਾਤਾ। ਮਹਾਰਾਜ ਇਹਦੇ ਕੋਲੋਂ ਕਰਵਾਓ, ਤੁਸੀਂ ਕਹਿ ਰਹੇ ਹੋ ਕਿ ਮੇਰੇ ਪ੍ਰਸ਼ਨਾਂ ਦਾ ਉੱਤਰ ਇਹ ਦੇਗਾ, ਮੈਂ ਇਹਨੂੰ ਲੈ ਕੇ ਆਇਆ। ਮਹਾਰਾਜ ਨੇ ਜਿਹੜੇ ਨਾ ਮੁਸਕਰਾਏ, ਮੁਸਕਰਾ ਕੇ ਮਹਾਰਾਜ ਨੇ ਝੱਜੂ ਚੀਵਰ ਵੱਲ ਆਪਣੀ ਕਿਰਪਾ ਦੀ ਦ੍ਰਿਸ਼ਟੀ ਪਾਈ, ਜਿਹਨੂੰ ਕਹਿੰਦੇ ਆ ਕਿਰਪਾ ਦ੍ਰਿਸ਼ਟਨ ਜਾਹੇ ਨਹੀਂ ਹਰਿਓ, ਤਾਕੇ ਤਾਪ ਤਨਕ ਮੈਂ ਹਰਿਓ। ਇੱਕ ਹਿਨ ਮਾਤਰ ਵਿੱਚ ਤਨਕ, ਇੱਕ ਹਿਨ ਮਾਤਰ ਵਿੱਚ ਉਹਦੇ ਸਾਰੇ ਤਾਪ ਭਰ ਲੈਂਦੇ ਨੇ, ਜਿਹਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਪਾ ਦਿੰਦੇ ਨੇ। ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਸੁੱਕੇ ਹਰੇ ਕੀ ਖਿਨ ਮਾਏ। ਇੱਕ ਖਿਨ ਦੀ ਗੱਲ ਹੈ ਗੁਰੂ ਸਾਹਿਬ ਨੇ। ਮਹਾਰਾਜ ਆਪਣੀ ਉਹ ਪ੍ਰੇਮ ਭਰੀ ਪਿਆਰ ਵਾਲੀ ਸਵੱਲੀ ਨਜ਼ਰ ਸਾਡੇ ਉੱਪਰ ਵੀ ਪਾ ਦਿਓ, ਸਾਡੇ ਉੱਪਰ ਵੀ ਐਸੀ ਨਜ਼ਰ ਪਾਓ ਕਿ ਅਸੀਂ ਵੀ ਸੁੱਕੇ ਹੋਏ ਹਰੇ ਹੋ ਜਾਈਏ। ਨਾਮ ਦਾ ਜਲ ਦਾ ਤਰੋਕਾ ਸਾਡੇ ਅੰਦਰ ਵੀ ਸਿੰਜ ਜਾਏ। ਮਹਾਰਾਜ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ। ਹੁਣ ਸਮੇਂ ਦੀ ਸਮਾਪਤੀ ਅਗਰ ਆਪ ਸੰਗਤ ਕੋ ਤੇ 10 ਮਿੰਟ ਹੋਰ ਲਗਾਈਏ ਤੇ ਫਿਰ ਸਮਾਪਤੀ ਵੱਲ ਚੱਲੀਏ। ਤੇ ਫਿਰ ਮਹਾਰਾਜ ਅੱਗੋਂ ਕਹਿੰਦੇ ਕਿ ਇਹ ਸਿੱਖਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਜਾ ਕੇ ਜਿਹੜੀ ਸਾਹਮਣੇ ਛਪੜੀ ਹੈ ਨਾ, ਜਿਹੜਾ ਸਰੋਵਰ ਸਾਹਿਬ ਹੈ ਹੁਣ ਉਹਦੇ ਵਿੱਚ ਇਹਨੂੰ ਝੱਜੂ ਨੂੰ, ਭਾਈ ਝੱਜੂ ਨੂੰ ਜਿਹੜਾ ਇਸ਼ਨਾਨ ਕਰਾਓ ਤੇ ਸਾਫ਼ ਸੁਥਰੇ ਕੱਪੜੇ ਪਵਾ ਕੇ ਦਰਬਾਰ ਵਿੱਚ ਬਿਠਾਓ। ਦਰਬਾਰ ਦੀ ਵੀ ਤੇ ਮਰਿਆਦਾ ਹੈ ਨਾ, ਉੱਤੇ ਸੁੱਚੇ ਵਸਤਰ ਪਾ ਕੇ ਮਲੀਨ ਨਹੀਂ ਬੈਠੀਦਾ, ਉੱਤੇ ਇਸ਼ਨਾਨ ਕਰਕੇ ਆਈਦਾ ਹੈ। ਬਾਹਰੋਂ ਵੀ ਤਾਂ ਹੀ ਅਸੀਂ ਪੈਰ ਧੋ ਕੇ ਆਉਂਦੇ, ਸੁੱਚੇ ਹੋ ਕੇ ਅੰਦਰ ਆਈਦਾ। ਮਹਾਰਾਜ ਨੇ ਕਿਹਾ ਵੀ ਸੁੱਚਾ ਕਰਕੇ ਅੰਦਰ ਲੈ ਕੇ ਆਓ। ਉਹਨੂੰ ਸਿੱਖਾਂ ਨੇ ਇਸ਼ਨਾਨ ਕਰਵਾਇਆ, ਸਾਫ਼ ਸੁਥਰੇ ਕੱਪੜੇ ਪਵਾਏ ਤੇ ਬਿਠਾਤਾ। ਹੁਣ ਦੇ ਝੱਜੂ ਚੀਵਰ ਦੀ ਅਵਸਥਾ ਬਾਰੇ ਪੰਡਿਤ ਲਾਲ ਚੰਦ ਨਹੀਂ ਜਾਣਦਾ ਕਿ ਉਹਦੀ ਅਵਸਥਾ ਕੀ ਬਣ ਗਈ ਹੈ। ਜਦੋਂ ਆਪ ਜੀ ਪੰਜੋਕੜਾ ਸਾਹਿਬ ਦਰਸ਼ਨ ਕਰੋਗੇ ਨਾ, ਜਦੋਂ ਭੋਰਾ ਸਾਹਿਬ ਦਰਸ਼ਨ ਕਰੋਗੇ ਤੇ ਉੱਪਰ ਮਹਾਰਾਜ ਦੇ ਗੁਰਬਾਣੀ ਦੀ ਪੰਕਤੀਆਂ ਲਿਖੀਆਂ ਨੇ। ਪੰਕਤੀਆਂ ਨੂੰ ਧਿਆਨ ਨਾਲ ਪੜ੍ਹਨਾ ਤੇ ਹੁਣ ਉਹਦੇ ਦਰਸ਼ਨ ਕਰੀਏ ਕਿਹੜੀ ਪੰਕਤੀਆਂ ਲਿਖੀਆਂ ਨੇ। ਮਹਾਰਾਜ ਦੇ ਉੱਤੇ ਪੰਕਤੀਆਂ ਲਿਖੀਆਂ ਨੇ, ਪਿੰਗੁਲ ਪਰਬਤ ਪਾਰ ਪਰੇ। ਬੋਲੋ ਜੀ, ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਗੀਤਾ, ਅੰਧਲੇ ਤ੍ਰਿਭੁਵਨ ਸੂਝਿਆ, ਗੁਰ ਭੇਟ ਪੁਨੀਤਾ। ਕਹਿੰਦੇ ਜਿਹੜਾ ਲੰਗੜਾ ਹੁੰਦਾ ਨਾ, ਜਿਹੜਾ ਤੁਰ ਨਹੀਂ ਸਕਦਾ, ਉਹ ਪਰਵਤਾਂ ਨੂੰ ਪਾਰ ਕਰ ਲੈਂਦਾ ਹੈ। ਜਿਹੜਾ ਮੂਰਖ ਹੁੰਦਾ ਹੈ ਉਹ ਵਖਿਆਨ ਕਰਨ ਲੱਗ ਜਾਂਦਾ ਹੈ, ਸ਼ਾਸਤਰਾਂ ਦਾ ਗਿਆਤਾ ਹੋ ਜਾਂਦਾ ਹੈ। ਤੇ ਜਿਹੜਾ ਅੰਨਾ ਹੁੰਦਾ ਹੈ, ਕੋਲ ਪਈ ਵਸਤੂ ਜਿਹਨੂੰ ਨਹੀਂ ਦੱਸਦੀ, ਉਹਨੂੰ ਤਿੰਨੋਂ ਲੋਕਾਂ 'ਚ ਪਿਆ ਹੋਇਆ ਸਭ ਕੁਝ ਦਿਸਣ ਲੱਗ ਪੈਂਦਾ ਵੀ ਤਿੰਨੋਂ ਲੋਕਾਂ 'ਚ ਕੀ ਹੋ ਰਿਹਾ। ਕਦੋਂ? ਗੁਰ ਭੇਟ ਪੁਨੀਤਾ, ਜਦੋਂ ਉਹ ਪਵਿੱਤਰ ਗੁਰੂ ਸਾਹਿਬ ਨੂੰ ਮਿਲਦਾ ਤੇ ਪੁਨੀਤ ਹੋਰ ਪਵਿੱਤਰ ਹੋ ਜਾਂਦਾ ਹੈ। ਗੁਰੂ ਪੂਰਾ ਰੱਬ ਅਰਾਧਿਆ ਪੂਰਾ ਜਾਤਾ ਨਾਉ। ਉਹ ਪੂਰੇ ਗੁਰੂ ਨੂੰ ਜਦੋਂ ਮਿਲ ਪੈਂਦਾ ਹੈ, ਪੂਰੇ ਗੁਰੂ ਦੀ ਜਦੋਂ ਸ਼ਰਨ ਵਿੱਚ ਢਹਿ ਪੈਂਦਾ ਹੈ ਤੇ ਇਹ ਅਵਸਥਾ ਬਣਦੀ ਹੈ। ਹੁਣ ਜਦੋਂ ਪੰਡਤ ਲਾਲ ਚੰਦ ਜੀ ਨੂੰ ਕਿਹਾ ਪੁੱਛੋ ਆਪਣਾ ਸਵਾਲ,
पंडित जी ने सब तो महंगा जिहड़ा श्लोक सी ना गीता जी का, जिवें ग्रंथ साहिब महाराज की बाणी विच महंगी बाणी है, संस्कृत की बाणी है, होर बाणियां ने महंगियां बाणियां ने। कहते एवें गीता जी का जिहड़ा सब तो औखा श्लोक सी ना वो बोलना कीता। बोलते हुए पंडित लाल चंद जी की जबान लड़खड़ा गई ते वो सही तरह जिहड़ा अखर है उन्होंने प्रनाउंस वो बोल नहीं सके। ते जिन्हों समझते सी भी गूंगा है बोल नहीं सकता, वो गुरु की कृपा नाल गुरु साहब ने ओदे जिहड़े सिर ते अपनी छोटी छड़ी लगाई। छड़ी लगाने तो भाव लिया करो जदों कहते विद्या लो ना अपने उस्ताद कोलों, जदों पहले हुण तां रिवाज नहीं रहा ते वो छड़ी हाथ विच रखते सी, जिथे भी खुला छड़ी लगाई उसे समय बच्चे नूं याद आता सी बोलना की है अगे। कहते महाराज ने उहदे सिर ते अपनी छोटी जी छड़ी लगाई सी। जदों महाराज ने छड़ी लगाती ते ओ चज्जू जी वर्गी कहंदा है पंडित जी श्लोक बोलो ते सही तरह बोलोगे ताई ते अर्थ दसांगा। कहंदा सही तरह उच्चारण करोगे, सही तरह गा के दसोगे ताई ते अर्थ करांगा। पंडित जी एकदम हैरान हो के चुप हो गए। तो पंडित जी चुप हो गए ते ओ फिर चज्जू जीवर ने उस श्लोक आप ही गायन कीता ते आप ही उसके ऐसे अर्थ किते जिहड़े अर्थ कदी पंडित लाल चंद जी ने पढ़े सुने नहीं से, अंदर दे सारे शंके दूर करते। कहंदे इतिहास कहंदा 10 सवाल सी जिहड़े पंडित जी ने उस समय याद सी, जिहड़े पुछणे सी, जिहड़ां च दुविधा सी ते वो 10 दे सवालां दे जवाब ते हुण सवाल पुछण दी लोड़ ही नहीं है। कहंदे आप ही भाई चज्जू जी सवाल करदे कुछ कहंदे कि ये तुहाडा अगला सवाल ते ओदा जवाब, ये अगला ते ओदा जवाब। कहते 10 जदों खत्म हो गए ना फिर कहते जिहड़े तुहाडे गहरे मन दे तल ते 10 सवाल हले होर ने जिहड़े कदी सोचे सी हुण तुसीं भुल गए हो। ਉਹ 10 ਦੇ ਵੀ ਜਵਾਬ ਦਿੱਤੇ, 20 ਸਵਾਲਾਂ ਦੇ ਜਵਾਬ ਦਿੱਤੇ। 10 ਉਹ ਸਵਾਲ ਜਿਹੜੇ ਹੁਣ ਯਾਦ ਸੀ, 10 ਉਹ ਜਿਹੜੇ ਕਦੀ ਸੋਚੇ ਸੀ ਗਹਿਰੇ ਤਲ ਤੇ ਕੋ ਅਨਕੌਂਸ਼ੀਅਸ ਮਾਈਂਡ ਵਿੱਚ ਚੱਲੇ ਜਿਹੜੇ ਯਾਦ ਨਹੀਂ ਆ ਰਹੇ ਸੀ, ਉਹ ਸਾਰੇ ਸ਼ੰਕੇ ਦੂਰ ਕਰਤੇ। ਕਹਿੰਦੇ ਪੰਡਿਤ ਲਾਲ ਚੰਦ ਜੀ ਜੋ ਪਹਿਲੇ ਥੋੜੇ ਜਿਹੇ ਢਿੱਲੇ ਕਿੱਥੇ ਪਏ ਸੀ ਵੀ ਗੁੰਗੇ ਕੋਲੋਂ ਅਰਥ ਕਰਾਣੇ ਨੇ, ਹੁਣ ਤੇ ਅੰਦਰ ਜਦੋਂ 20 ਸਵਾਲਾਂ ਦੇ ਜਵਾਬ ਸੁਣਦੇ ਜਾ ਰਹੇ ਨੇ ਨਾ अंदर वो जड़ी होमे है वो खत्म होती जा रही है, क्योंकि होमे नामे नाल विरोध है। होमे दीर्घ रोग है, दारू भी इस माए उन्हां लई तो दारू बन गया। जदों दीर्घ रोग नूं नाल लेके आए ने गुरु साहब ने कैसा इलाज किया। कहंदे दंडोत डंडे की तरह सीधे भाई पंडित लाल चंद जी ने जेड़े वो गुरु साहब के चरणों ते पै गए, जिन्हां ने आके पहले मत्था नहीं टेकिया सी, अहंकार नाल सिर्फ गुरु साहब के लागे आके बैठे सी और डंडे की तरह सीधे लेट के गुरु साहब के चरणों विच ते चरण चुम्मी जा रहे ने और छोटे ते कह रहे ने महाराज मैनू बख्श दो, कृपा करो, मैनू सिक्खी दा दान दिओ, महाराज मैनू अपना सिख बना लो। महाराज कहते इवें ही रो। कहते नहीं महाराज मैं जान लिया है तुसी ओहियो श्री कृष्ण हो जिन्हां दा मैं उपासक हां। जिन्ना हुण पंडित जी उपमा करते हैं ना महाराज ने क्या मैं उन्हां तो वड्डा वां, ना मैं महाराज ने यह किया है कि मैं वही हाँ। ये अपनी भावना है पंडित लाल चंद जी। पहले उन्होंने कह रहे तुसी वड्डे नहीं हो, हुण कह रहे तुसी वही हो। ये महाराज नहीं कह रहे, आप पंडित लाल चंद जी कह रहे। महाराज कहते कि तुसी जिवें ब्राह्मण हो उहियो धर्म कमाओ, नाम बाणी का आसरा लो, नाम जपो, नाम तुहानूं भवजन तो पार करेगा। कहते नहीं महाराज, कहते पंडित लाल चंद जी ने अपना जनेऊ ला के रख दिता ते महाराज दे तरले ही पा लिते। महाराज मैनूं सिक्खी दी दात दिओ, मैनूं अपने चरण खोल दिओ, मैं हुण तुहाडे इलावा किथे नहीं जाना, भवजन भी तुसीं तारना है ते मैं तुहाडी शरण विच ही रहना है। जदों महाराज अगे एवें बेनतियां कीतियां ते महाराज दे सोहणे जिहड़े छोटे ਜਿਹੇ चरण ने उन्हां नूं तवाणा कीता ते चरण पोल ग्रहण कीती। फिर महाराज कोलों वाहिगुरू मंत्र दा जाप लीता। कहते पंडित लाल चंद जी के सदके चज्जू जीवर ते वैसे ही उन्होंने तो वही अवस्था बन गई ना, अंदरले त्रिगुण सूझिया गुर भेट पुनीता, उन्होंने अवस्था वैसे ही बन गई, इन्नी कृपा हुई। अज भी पंजोकड़ा साहब गुरुद्वारा साहब जो स्नान करके दर्शन मेले करके गुरु साहब को जो मनता मंगते हैं सब दे रोग दूर होते हैं। दमदमी टकसाल के जिहड़े मुखी रह चुके हैं गुरबचन सिंह जी पिंडरां वाले, ज्ञानी गुरबचन सिंह जी पिंडरां वाले, कहते वो कई महीने रह के पंजोकड़ा साहब जिहड़े विद्यार्थियों को पढ़ाया करते सी ते क्या करते सी, इत्थे ते गूंगे भी बोलण लग जाते हैं, इत्थे रह के विद्या पढ़ो। इस स्थान का इन्ना महत्व है। आप जी ने पिछले समय जो किसानों का मोर्चा लग्या सी ते बाबा राम सिंह जी के बारे सुनिया सी, उन्होंने अपना आत्मदाह कर लिया सी, याद है। वो बाबा राम सिंह जी की एक्सीडेंट में आवाज़ चली गई सी, उस तो पहले वो बड़ा सोहना मिठा कीर्तन करते थे।
ਜਦੋਂ ਐਕਸੀਡੈਂਟ ਵਿੱਚ ਆਵਾਜ਼ ਚਲੀ ਗਈ ਤੇ ਉਹਨਾਂ ਨੇ ਪੰਜੋਖੜਾ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਕਰਾਏ ਸੀ। ਜਦੋਂ ਅਖੰਡ ਪਾਠ ਸਾਹਿਬ ਤੋਂ ਬਾਅਦ ਬੜੀ ਭਾਵਨਾ ਨਾਲ ਅਰਦਾਸ ਬੇਨਤੀਆਂ ਹੋਈਆਂ, ਹੁਕਮਨਾਮੇ ਵਿੱਚ ਉਹਨਾਂ ਦੀ ਆਵਾਜ਼ ਵਾਪਸ ਆ ਗਈ ਸੀ। ਇਹ ਬਾਬਾ ਰਾਮ ਸਿੰਘ ਜੀ ਦੀ ਇਹ ਕੁਝ ਸਮਾਂ ਪਹਿਲੇ, ਤੇ ਉੱਥੇ ਕਿੰਨਿਆਂ ਨੂੰ ਕਿੰਨਾ ਕੁਝ ਮਿਲਿਆ। ਇੱਕ ਰਜਿਸਟਰ ਲੱਗਿਆ ਹੋਇਆ ਹੈ ਜਿਹੜੇ ਸਿਰਫ ਗ੍ਰੰਥੀ ਸਿੰਘਾਂ ਨੂੰ ਨੌਲੇਜ ਵਿੱਚ ਆ ਜਾਂਦਾ ਹੈ, ਜੋ ਨੌਲੇਜ ਵਿੱਚ ਆਂਦਾ ਹੀ ਨਹੀਂ ਹੈ ਉੱਥੇ ਬੇਅੰਤ ਹੈ। ਕਹਿੰਦੇ ਅੱਜ ਵੀ ਉਵੇਂ ਹੀ ਮਹਾਰਾਜ ਦੀ ਦਾਤਾਂ ਵਰਤ ਰਹੀਆਂ ਨੇ। ਕਿਉਂ? ਮਹਾਰਾਜ ਨੇ ਕੀ ਕਿਹਾ, ਉਨਾ ਹੀ ਮਾਤਾ ਮਿਲੇਗਾ ਜਿੰਨਾ ਸਾਖਸ਼ਾਤ ਮੇਰੇ ਦਰਸ਼ਨਾਂ ਦਾ ਮਾਤਮ ਹੈ। ਤੇ ਜਿਹੜੇ ਉਹ ਪੰਡਤ ਲਾਲ ਚੰਦ ਜੀ ਨੇ, ਉਹਨਾਂ ਦਾ ਤੇ ਕਿਰਪਾ ਕਿੰਨੀ ਵਰਤੀ ਹੈ ਉਹਦਾ ਅੰਦਾਜ਼ਾ ਹੀ ਨਹੀਂ ਲਿਆ ਜਾ ਸਕਦਾ। ਕਹਿੰਦੇ ਉਹ ਮਹਾਰਾਜ ਦੇ ਨਾਲ ਰਹੇ ਦਿੱਲੀ ਤੱਕ। ਉਸ ਤੋਂ ਬਾਅਦ ਫਿਰ ਮਹਾਰਾਜ ਦੇ ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ 1699 ਜਦੋਂ ਅੰਮ੍ਰਿਤ ਛਕਾਏ ਗਏ, ਉਹ ਅੰਮ੍ਰਿਤ ਛਕ ਕੇ ਪੰਡਤ ਲਾਲ ਚੰਦ ਤੋਂ ਲਾਲ ਸਿੰਘ, ਭਾਈ ਲਾਲ ਸਿੰਘ ਬਣ ਗਏ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰੇ ਪਏ ਤੇ ਦੁੱਖ ਰੋ ਜਿਹੜਾ ਕੱਟੀ ਹੈ ਨਾ ਮਹਾਰਾਜ ਨਾਲ, ਉਹ ਅੰਦਰ ਹੀ ਰਹੇ ਨੇ। ਮਹਾਰਾਜ ਦੀ ਇੰਨੀਆਂ ਖੁਸ਼ੀਆਂ ਲਈਆਂ। ਜਦੋਂ ਬਾਹਰ ਆਏ ਘੇਰੇ ਤੋਂ ਤੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਨੇ ਭਾਈ ਲਾਲ ਸਿੰਘ। ਐਸੀ ਮਹਾਰਾਜ ਨੇ ਕਿਰਪਾ ਕੀਤੀ, ਐਸੀ ਸਿੱਖੀ ਦੀ ਦਾਤ ਦਿੱਤੀ, ਫਿਰ ਬਸ ਉੱਥੇ ਹੀ ਵਸ ਗਏ। ਇੱਕ ਗੱਲ ਹੋਰ ਜਾਣੋ ਕਿ ਜਿਹੜੇ ਅਸੀਂ ਪਹਿਲੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਇਤਿਹਾਸ ਦੇ ਦਰਸ਼ਨ ਕਰ ਰਹੇ ਸੀ, ਤਾਂ ਵੀ ਇਹ ਗੱਲ ਥੋੜੀ ਜਿਹੀ ਕਰਨੀ ਚਾਹੀ ਸੀ ਕਿ ਜਿਹੜੇ ਭਗਤ ਜਨ ਹੁੰਦੇ ਨੇ ਨਾ, ਉਹਨਾਂ ਤੋਂ ਵੀ ਉੱਚੀ ਅਵਸਥਾ ਦੇ ਮਾਲਕ ਹੁੰਦੇ ਨੇ ਸ਼ਹੀਦ ਸਿੰਘ। ਕਿਵੇਂ ਹੁੰਦੇ ਨੇ? ਜਿਹੜੇ ਭਗਤ ਹੁੰਦੇ ਨੇ ਉਹ ਪਿਆਰ ਨਾਲ, ਲਾੜ ਨਾਲ ਮਹਾਰਾਜ ਨੂੰ ਪੁਕਾਰ ਲੈਂਦੇ ਨੇ, ਮਹਾਰਾਜ ਇਹ ਔਕੜ ਆ ਗਈ, ਮੇਰੀ ਮਦਦ ਕਰ ਦਿਓ, ਹੈ ਨਾ। ਜਦੋਂ ਨਾਮਦੇਵ ਜੀ ਨੂੰ ਕਿਹਾ ਵੀ ਮਰੀ ਹੋਈ ਗਾਂ ਜਿਵਾਓ, ਨਹੀਂ ਤੇ ਉਹ ਹਾਥੀ ਸੁਣ ਤੇ ਆਏ ਬਚਾਉਣ ਵਾਸਤੇ ਵਾਹਿਗੁਰੂ ਜੀ। ਕਬੀਰ ਜੀ ਦੀ ਕੁੜੀ ਦਾ ਵਿਆਹ ਕਰਨ ਆਏ। ਹੋਰ ਵੀ ਜਿਹੜੇ ਬਾਅਦ ਚੋਂ ਵੀ ਕੋਗੀ ਹੈਗੇ ਨੇ, ਇੱਕ ਭਗਤ ਨੂੰ ਕਿਹਾ ਕਿ ਤੁਸੀਂ ਇਹਨਾਂ ਕੋਲਿਆਂ ਉੱਪਰ ਟੁਰ ਕੇ ਵਿਖਾਓ। ਉਹਨਾਂ ਨੇ ਬੇਨਤੀਆਂ ਕੀਤੀਆਂ ਤੇ ਕੋਲੇ ਜਿਹੜੇ ਜਲਦੇ ਹੋਏ ਨੇ ਫੁੱਲ ਬਣ ਗਏ। ਜਿਹੜੇ ਭਗਤ ਜਨਾਂ ਦੀ ਪੁਕਾਰ ਤੇ ਆ ਜਾਂਦੇ ਨੇ ਮਹਾਰਾਜ, ਤੇ ਇਹ ਨਹੀਂ ਕਿ ਭਗਤ ਘੱਟ ਨੇ, ਭਗਤਾਂ ਦੀ ਬਾਣੀ ਦਰਜ ਹੈ, ਅਸੀਂ ਰੋਜ਼ ਮੱਥਾ ਟੇਕਦੇ ਹਾਂ। ਪਰ ਇੱਕ ਗੱਲ ਹੈ ਕਿ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ, ਜਿਹੜੇ ਮਹਾਰਾਜ ਦੇ ਸਿੱਖੀ ਧਾਰਨ ਕਰਦੇ ਨੇ, ਉਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਨੀਂਹ ਰੱਖੀ ਹੈ ਨਾ, ਜਿਹੜਾ ਸਬਕ ਪੜਾਇਆ ਹੈ, ਉਹਦੇ ਵਿੱਚ ਕੀ ਹੈ ਕਿ ਤੱਤੀ ਤਵੀ ਨੇ ਕਿਹਾ ਸੀ ਮਹਾਰਾਜ ਮੈਂ ਠੰਡੀ ਹੋ ਜਾ, ਤੇ ਮਹਾਰਾਜ ਨੇ ਕਿਹਾ ਸੀ ਨਹੀਂ, ਭਾਣਾ ਮੰਨਣ ਦੀ ਸ਼ਕਤੀ ਨੂੰ ਸਮਝਾਇਆ ਸੀ। ਤੇ ਉਹ ਜਿਹੜੇ ਸ਼ਹੀਦ ਸਿੰਘ ਹੁੰਦੇ ਨੇ, ਉਹ ਭਾਣਾ ਮੰਨ ਕੇ ਆਪਣੇ ਗੁਰੂ ਤੋਂ ਕੁਰਬਾਨ ਹੋ ਜਾਂਦੇ ਨੇ। ਪਰ ਇਹ ਨਹੀਂ ਕਹਿੰਦੇ ਮਹਾਰਾਜ ਭਾਣੇ ਵਿੱਚ ਥੋੜੀ ਤਬਦੀਲੀ ਕਰ ਦਿਓ, ਥੋੜਾ ਜਿਹਾ ਇਹਨੂੰ ਸੌਖਾ ਕਰ ਦਿਓ। ਤੇ ਸ਼ਹੀਦ ਸਿੰਘ ਨੇ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ ਕਿ ਫਿਰ ਗੁਰੂ ਘਰ ਸਿੱਖ ਪੰਥ ਤੇ ਸ਼ਹੀਦੀਆਂ ਨਾਲ ਭਰਿਆ ਪਿਆ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ, ਹੋਰ ਪਾਸੇ ਛੱਡ ਕੇ ਅੱਜ ਸ਼ਬਦ ਦੀ ਵਿਚਾਰ ਨਹੀਂ ਹੋ ਪਾਏਗੀ। ਜੋ ਕੱਲ ਅਸੀਂ ਸ਼ਬਦ ਦੀ ਵਿਚਾਰ ਕੀਤੀ ਸੀ, ਉਹਦੇ ਵਿੱਚ ਕੀ ਸੀ? ਔਖਦ ਤੰਤ ਬੰਤ ਸਭ ਛਾਰ ਕਰਨੇ ਹਾਰ ਹਿਰਦੈ ਮੈਂ ਤਾਰ। ਹੋਰ ਸਾਰੇ ਪਾਸਿਓਂ ਹਟ ਕੇ ਤੰਤਰ ਤੋਂ, ਮੰਤਰ ਤੋਂ, ਦਵਾਈਆਂ ਤੋਂ, ਟੂਣੀਆਂ ਤੋਂ, ਟੱਪਿਆਂ ਤੋਂ, ਇਹ ਜਿਹੜੇ ਸਟੋਨ ਪਾਣੇ ਉਹਦੇ ਤੋਂ, ਜਿਹੜੇ ਧਾਗੇ ਬੰਨਣੇ ਕਾਲੇ ਹੱਥ ਵਿੱਚ ਬੰਨਣਾ, ਇਹਦੇ 'ਚ ਬੰਨਣਾ, ਉਹ ਨਜ਼ਰੀਏ ਪਾਣੀ, ਇਸ ਸਭ ਤੋਂ ਹਟ ਕੇ ਇੱਕੋ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਲੈਣੀ ਹੈ, ਕਿਉਂਕਿ ਇਹ ਸ਼ਰਨ ਉੱਤਮ ਹੈ। ਜੇ ਅਸੀਂ ਕਿਸੇ ਹੋਰ ਦੀ ਸ਼ਰਨ ਰੱਖਦੇ ਹਾਂ, ਸ਼ਰਨ ਨਹੀਂ ਰੱਖਦੇ, ਕੋਈ ਚੀਜ਼ ਪਾਉਂਦੇ ਹਾਂ, ਕੋਈ ਵੀ ਤਾਵੀਜ਼ ਪਾਉਂਦੇ ਹਾਂ, ਸਾਡਾ ਮੰਨਣਾ ਹੋ ਜਾਂਦਾ ਉਹਦੇ ਤੇ। ਸਾਨੂੰ ਲੱਗਦਾ ਹੈ ਕਿ ਸਾਡਾ ਭਲਾ ਕਰੇਗਾ, ਸਾਡੀ ਮਦਦ ਕਰੇਗਾ। ਸਾਨੂੰ ਗੁਰੂ ਸਾਹਿਬ ਦੇ ਪਹਿਲੇ ਦੇ ਵਿਸ਼ਵਾਸ ਵਿੱਚ ਕਮੀ ਆਉਂਦੀ ਹੈ, ਫਿਰ ਸਾਡੀ ਉਹ ਅਵਸਥਾ ਨਹੀਂ ਬਣਦੀ ਵੀ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਹਾਥੀ ਦੀ ਮਦਦ ਕਦੋਂ ਕੀਤੀ ਸੀ? ਜਦੋਂ ਉਹਨੂੰ ਕੋਈ ਹੋਰ ਮਦਦ ਦਾ ਆਸਰਾ ਨਹੀਂ ਰਿਹਾ ਸੀ। ਗਜ ਦੀ ਮਦਦ ਤਾਂ ਹੀ ਕੀਤੀ ਸੀ ਨਾ ਹਾਥੀ ਦੀ। ਇਹ ਹਾਥੀ ਤੋਂ ਇਲਾਵਾ ਇੱਕ ਹੋਰ ਬੱਕਰੀ ਦਾ ਵੀ ਐਵੇਂ ਦਾ ਐਗਜ਼ਾਮਪਲ ਹੈਗਾ, ਹੋਰ ਬਥੇਰੇ ਨੇ। ਪਰ ਮਹਾਰਾਜ ਕਿਰਪਾ ਕਰਨ, ਸਮੇਂ ਬਹੁਤ ਅੱਗੇ ਨਿਕਲ ਗਿਆ। ਅੱਗੇ ਮਹਾਰਾਜ ਦੇ ਹੋਰ ਸੋਹਣੇ ਜੀਵਨ ਦਰਸ਼ਨ ਕਰਾਂਗੇ। ਮਹਾਰਾਜ ਦਿੱਲੀ ਵੱਲ ਚਾਲੇ ਪਾਉਂਦੇ ਨੇ। ਚੱਜੂ ਜੀ ਵਰਤੇ ਵੀ ਕਿਰਪਾ ਹੋਈ। ਅੱਜ ਆਪ ਜੀ ਨੇ ਜੋ ਇਤਿਹਾਸ ਦੇ ਦਰਸ਼ਨ ਕੀਤੇ, ਪੰਡਤ ਲਾਲ ਚੰਦ ਜੀ ਤੋਂ ਪੰਡਤ ਲਾਲ ਸਿੰਘ ਬਣ ਜਾਣਾ, ਤੇ ਮਹਾਰਾਜ ਨੇ ਆਪਣੇ ਬਿਰਧ ਦੇ ਕੈਸੇ ਸੋਹਣਾ ਪਾਲਣਾ ਕੀਤਾ ਹੈ ਕਿ ਕਹਿੰਦੇ ਪ੍ਰਭ ਆਪਣਾ ਬਿਰਧ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਚੱਜੂ ਦਾ ਕੋਈ ਗੁਣ ਅਵਗੁਣ ਨਹੀਂ ਵਿਚਾਰਿਆ ਕਿ ਇਹਦੇ ਵਿੱਚ ਕੀ ਕਮੀਆਂ ਨੇ ਜੋ ਇੰਨਾ ਦੁੱਖ ਭੋਗ ਰਿਹਾ ਹੈ। ਮਹਾਰਾਜ ਨੇ ਤੇ ਆਪਣਾ ਬਿਰਧ ਦੇਖ ਕੇ, ਮਹਾਰਾਜ ਦਾ ਬਿਰਧ ਸੁਭਾਅ ਕੈਸਾ ਦਿਆਲੂ ਤੇ ਕਿਰਪਾਲੂ। ਅਸੀਂ ਮਹਾਰਾਜ ਦਾ ਹਮੇਸ਼ਾ ਹੀ ਦਿਆਲੂ ਕਿਰਪਾਲੂ ਸੁਭਾਅ ਚਿਤਾਰ ਕੇ ਮਹਾਰਾਜ ਦੇ ਸ਼ਰਨ ਪਈ ਰਹੀਏ, ਮਹਾਰਾਜ ਨੂੰ ਬੇਨਤੀਆਂ ਕਰੀਏ। ਜੇ ਸਾਡੇ ਸ਼ਰਨ ਵਿੱਚ ਰਹਿਣ 'ਚ ਕੋਈ ਕਮੀ ਵੀ ਹੈ ਨਾ, ਮਹਾਰਾਜ ਆਪ ਜੀ ਆਪ ਹੀ ਸੁਧਾਈ ਕਰ ਦਿਓ। ਆਪਣੇ ਚਰਨ ਛੜਨ ਵਿੱਚ ਹਮੇਸ਼ਾ ਰੱਖੋ, ਸਦਾ ਕਿਰਪਾ ਦਾ ਹੱਥ ਸਿਰ ਤੇ ਰੱਖੋ। ਆਪ ਜੀ ਦੀ ਬਾਣੀ, ਆਪ ਜੀ ਦੇ ਜਿਹੜੇ ਉਪਦੇਸ਼ ਨੇ ਹਿਰਦੇ ਵਿੱਚ ਵਸਣ,
ਕਰਮਾਂ ਵਿੱਚ ਅਮਲਾਂ ਵਿੱਚ ਆਣ ਤੇ ਬਾੜੇ ਦੀ ਲਾਜ ਰਹੇ, ਜੂਲ ਤੇ ਨਿਸ਼ਾਨ ਰਹੇ, ਸੱਜ ਤੇ ਦੀਵਾਨ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राम कली महला तीजा आनंद ਓੰਕਾਰ सतगुर प्रसाद आनंद पया